हाँ जी, सत श्री अकाल सारे विद्यार्थियों ਨੂੰ। ਹੁਣ ਅਸੀਂ ਇਸ ਵੀਡੀਓ ਵਿੱਚ 10th ਦਾ ਸੇਮ ਟੌਪਿਕ ਪ੍ਰੋਬੇਬਿਲਿਟੀ ਉਹਦਾ ਨੈਕਸਟ ਪਾਰਟ ਲੈ ਕੇ ਆਏ। ਇੱਕ ਪਾਰਟ ਪਹਿਲਾਂ ਬਣਾਇਆ ਸੀ ਜਿਹਦੇ ਵਿੱਚ ਕੁਛ ਪਹਿਲਾਂ ਇੰਟਰੋਡਕਸ਼ਨ ਤੁਹਾਨੂੰ ਦਿੱਤੀ ਗਈ ਸੀ ਕਿ ਫਿਰ ਕੁਛ ਐਗਜ਼ਾਮਪਲ ਸੋਲਵ ਕੀਤੇ। ਇਹਦੇ ਵਿੱਚ ਵੀ ਅਸੀਂ ਐਗਜ਼ਾਮਪਲਸ ਕੁਛ ਦੇਖਾਂਗੇ 2 ਜਾਂ 3। ਫਸਟ ਇਜ਼ ਅ ਕਾਰਡ ਇਜ਼ ਡਰਾਨ ਫਰੋਮ ਵੈਲ ਸ਼ਫਲਡ ਡੈਕ ਆਫ 52 ਪਲੇਇੰਗ ਕਾਰਡਸ। फाइंड द प्रोबेबिलिटी ऑफ गेटिंग ए किंग ऑफ रेड। हुण प्लेइंग कार्ड्स ਜਿਹੜੇ ਤਾਸ਼ ਦੇ ਪੱਤੇ ਹੁੰਦੇ, ਠੀਕ ਹੈ, ਬਹੁਤ ਸਾਰਿਆਂ ਨੂੰ ਤੁਹਾਨੂੰ ਤੁਸੀਂ ਦੇਖੀ ਹੋਏਗੀ ਤਾਸ਼ ਕਾਰਡਸ ਜਿਹੜੇ ਆ ਉਹ ਇੱਕ ਵਾਰੀ ਰਿਵਾਈਜ਼ ਕਰਦੇ ਇਹਦੇ ਵਿੱਚ ਲੋੜ ਪੈਣੀ। ਹੁਣ ਇਹਦੇ ਵਿੱਚ 4 ਤਰ੍ਹਾਂ ਦੇ ਕਾਰਡਸ ਤੁਹਾਨੂੰ ਮਿਲਦੇ ਆ। ਪਹਿਲਾ ਹੈ ਹਾਰਟ, ਜਿਹਨੂੰ ਅਸੀਂ ਪੰਜਾਬੀ 'ਚ ਇੱਟ ਕਹਿ ਲੈਂਦੇ ਹਾਂ। ਦੂਸਰਾ ਹੈ ਡਾਇਮੰਡ, ਹਾਰਟ ਯਾਨੀ ਕਿ ਪਾਨ, ਸੌਰੀ ਕਲੀਅਰ। ਡਾਇਮੰਡ ਨੂੰ ਅਸੀਂ ਪੰਜਾਬੀ ਵਿੱਚ ਇੱਟ ਕਹਿੰਦੇ, ਹਾਰਟ ਨੂੰ ਕੀ ਕਹਿੰਦੇ ਆ, ਪਾਨ ਕਹਿੰਦੇ ਆ, ਠੀਕ ਹੈ। ਉਸ ਤੋਂ ਨੈਕਸਟ ਹੈ ਸਾਡੇ ਕੋਲ ਸਪੀਡ ਯਾਨੀ ਕਿ ਹੁਕਮ। ਅਤੇ ਨੈਕਸਟ ਆ ਜਾਂਦਾ ਲਾਸਟ ਕਲੱਬ ਯਾਨੀ ਕਿ ਚਿੜੀਆ, ਕਲੀਅਰ। ਹੁਣ ਜਿਹੜੇ ਹਾਰਟ ਅਤੇ ਡਾਇਮੰਡ ਇਹ ਰੈੱਡ ਕਲਰ ਦੇ ਨੇ, ਅਤੇ ਸਪੀਡ ਅਤੇ ਕਲੱਬ ਯਾਨੀ ਕਿ ਹੁਕਮ ਅਤੇ ਚਿੜੀਆ ਇਹ ਬਲੈਕ ਕਲਰ ਦੇ ਹੁੰਦੇ ਨੇ। ਹੁਣ ਹਰ ਇੱਕ ਟਾਈਪ ਦੇ 13 ਕਾਰਡਸ ਹੁੰਦੇ ਨੇ, 13 ਪੱਤੇ। ਉਹ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾਂ ਏ, ਕਲੀਅਰ। ਏ ਨੂੰ ਅਸੀਂ ਪੰਜਾਬੀ ਵਿੱਚ ਯੱਕਾ ਕਹਿ ਲੈਂਦੇ ਹਾਂ ਅਤੇ ਇੰਗਲਿਸ਼ ਵਿੱਚ ਇਹਨੂੰ ਅਸੀਂ ਏਸ ਕਹਿੰਦੇ, ACE ਏਸ, ਕਲੀਅਰ। ਉਸ ਤੋਂ ਬਾਅਦ 2 ਤੋਂ ਲੈ ਕੇ 10 ਤੱਕ 2 ਯਾਨੀ ਕਿ ਦੁੱਕੀ, ਤਿੱਕੀ, ਚੌਕੀ, ਪੰਜੀ, ਛਿੱਕੀ, ਸੱਤੀ, ਅੱਠੀ, ਨੇਲਾ ਅਤੇ ਦੇਲਾ। ਉਸ ਤੋਂ ਬਾਅਦ 'ਚ ਆਉਂਦੇ ਸਾਡੇ ਕੋਲ ਜੇ, ਕਿਊ ਅਤੇ ਕੇ। ਜੇ ਮੀਨਸ ਜੈਕ, ਜਿਹਨੂੰ ਅਸੀਂ ਪੰਜਾਬੀ 'ਚ ਕੀ ਕਹਿੰਦੇ ਹਾਂ, ਗੁਲਾਮ। ਕਿਊ ਮੀਨਸ ਕੁਈਨ, ਜਿਹਨੂੰ ਅਸੀਂ ਪੰਜਾਬੀ 'ਚ ਬੇਗਮ ਕਹਿੰਦੇ ਹਾਂ। ਅਤੇ ਕੇ ਮੀਨਸ ਕਿੰਗ, ਜਿਹਨੂੰ ਅਸੀਂ ਪੰਜਾਬੀ 'ਚ ਕੀ ਕਹਿੰਦੇ ਹਾਂ, ਬਾਦਸ਼ਾਹ। 13 ਪੱਤੇ ਹਾਰਟ ਦੇ, ਸੇਮ 13 ਪੱਤੇ ਡਾਇਮੰਡ ਦੇ, ਸੇਮ 13 ਪੱਤੇ ਸਪੀਡ ਦੇ, ਅਤੇ 13 ਹੀ ਕਲੱਬ ਦੇ, ਯਾਨੀ ਕਿ 13 ਪਾਨ ਦੇ ਪੱਤੇ ਹੋ ਗਏ, 13 ਡਾਇਮੰਡ ਦੇ ਯਾਨੀ ਕਿ ਇੱਟ ਦੇ, 13 ਹੁਕਮ ਅਤੇ 13 ਚਿੜੀਆ। ਕੁੱਲ ਸਾਡੇ ਕੋਲ ਜਿਹੜੇ 52 ਪਲੇਇੰਗ ਕਾਰਡਸ ਹੁੰਦੇ, ਕਲੀਅਰ। 13 13 26, 13 39, 13 52। ਹੁਣ ਆਹ ਜਿਹੜੇ ਆ ਸਾਡੇ ਕੋਲ ਜੇ, ਕੇ ਅਤੇ ਕਿਊ ਯਾਨੀ ਕਿ ਜੈਕ, ਕੁਈਨ ਅਤੇ ਕਿੰਗ, ਗੋਲਾ, ਬੇਗੀ, ਬਾਦਸ਼ਾਹ, ਇਹ ਹੁੰਦੇ ਨੇ ਫੇਸ ਕਾਰਡਸ। ਇਹਨੂੰ ਅਸੀਂ ਕੀ ਕਹਿੰਦੇ ਨੇ, ਫੇਸ ਕਾਰਡਸ। ਕਿਉਂਕਿ ਇਹਨਾਂ 'ਤੇ ਤੁਹਾਨੂੰ ਪਤਾ, ਤੁਸੀਂ ਦੇਖੇ ਹੋਣਗੇ, ਇਹਨਾਂ 'ਤੇ ਫੇਸਿਸ ਬਣੇ ਹੁੰਦੇ ਨੇ, ਚਿੱਤਰ ਬਣੇ ਹੁੰਦੇ ਨੇ ਇਹਨਾਂ ਦੇ, ਠੀਕ ਹੈ। ਯਾਨੀ ਕਿ ਹਰ ਇੱਕ ਕਲਰ ਵਿੱਚ ਸਾਡੇ ਕੋਲ 3 ਫੇਸ ਕਾਰਡਸ ਨੇ। ਹਾਰਟ ਦੇ ਵੀ 3, ਡਾਇਮੰਡ ਦੇ ਵੀ 3, ਹੁਕਮ ਦੇ ਵੀ 3 ਅਤੇ ਕਲੱਬ ਦੇ ਵੀ 3। ਕੁੱਲ ਸਾਡੇ ਕੋਲ 12 ਫੇਸ ਕਾਰਡਸ ਹੋ ਗਏ, ਠੀਕ ਹੈ। ਹੁਣ ਕੁਐਸਚਨ ਵੱਲ ਦੇਖਦੇ ਹਾਂ। ਕਹਿੰਦਾ ਇੱਕ ਵੈਲ ਸ਼ਫਲਡ ਮਤਲਬ ਡੈਕ ਆਫ 52 ਪਲੇਇੰਗ ਕਾਰਡਸ ਮੀਨਸ ਇੱਕ ਚੰਗੀ ਤਰ੍ਹਾਂ 52 ਪੱਤਿਆਂ ਦੀ ਜਿਹੜੀ ਗੱਤੀ, ਉਹਨੂੰ ਫੈਂਟੀ ਮਾਰ ਕੇ ਇੱਕ ਪੱਤਾ ਕੱਢਿਆ ਵਿੱਚੋਂ। ਟੂ ਫਾਈਂਡ ਦੀ ਪ੍ਰੋਬੇਬਿਲਿਟੀ ਆਫ ਗੈਟਿੰਗ ਕਿੰਗ ਆਫ ਰੈੱਡ ਕਲਰ। ਪ੍ਰੋਬੇਬਿਲਿਟੀ ਕਿਹਦੀ ਫਾਈਂਡ ਆਊਟ ਕਰਨੀ ਵੀ ਉਹ ਜਿਹੜਾ ਇੱਕ ਪੱਤਾ ਕੱਢਿਆ, ਕੀ ਪੋਸੀਬਿਲਿਟੀ, ਕੀ ਪ੍ਰੋਬੇਬਿਲਿਟੀ ਵੀ ਉਹ ਰੈੱਡ ਕਲਰ ਦਾ ਕਿੰਗ ਹੋਈ, ਯਾਨੀ ਕਿ ਲਾਲ ਰੰਗ ਦਾ ਬਾਦਸ਼ਾਹ। ਹੁਣ ਦੇਖੋ ਹਰ ਇੱਕ ਟਾਈਪ ਵਿੱਚ ਇੱਕ ਕਿੰਗ ਹੈਗਾ, ਅਤੇ ਇਟ ਮੀਨਸ 2 ਰੈੱਡ ਕਿੰਗ ਹੋਣਗੇ ਅਤੇ 2 ਬਲੈਕ, ਕਲੀਅਰ। ਇੱਕ ਹਾਰਟ ਦਾ ਕਿੰਗ ਰੈੱਡ ਹੋਏਗਾ, ਇੱਕ ਡਾਇਮੰਡ ਦਾ ਕਿੰਗ ਰੈੱਡ ਹੋਏਗਾ, ਅਤੇ ਪੂਰੇ 52 ਪੱਤਿਆਂ ਵਿੱਚੋਂ ਸਾਨੂੰ ਸਿਰਫ 2 ਰੈੱਡ ਕਿੰਗ ਮਿਲੇ, ਇੱਕ ਪਾਨ ਦਾ ਅਤੇ ਇੱਕ ਇੱਟ ਦਾ। ਅਤੇ ਇਹਦੀ ਪ੍ਰੋਬੇਬਿਲਿਟੀ 2/52 ਯਾਨੀ ਕਿ 1/26, ਕਲੀਅਰ। ਨੈਕਸਟ ਪ੍ਰੋਬੇਬਿਲਿਟੀ ਆਫ ਫੇਸ ਕਾਰਡ। ਹੁਣ ਫੇਸ ਕਾਰਡ, ਕੋਈ ਵੀ ਫੇਸ ਕਾਰਡ, ਇਹਨੇ ਕੋਈ ਮੀਨਸ ਹਾਰਟ, ਡਾਇਮੰਡ, ਸਪੇਡ, ਕਲੱਬ ਕੁਛ ਨਹੀਂ ਕਿਹਾ। ਅਤੇ ਪੂਰੀ ਤਾਸ਼ ਵਿੱਚ ਕਿੰਨੇ ਫੇਸ ਕਾਰਡਸ ਹੋਣੇ ਮੈਂ ਤੁਹਾਨੂੰ ਦੱਸੇ, 1 'ਚ 3 ਅਤੇ 4 'ਚ 12 ਯਾਨੀ ਕਿ 12/52। ਇਹਨੂੰ ਵੀ ਕਟਿੰਗ ਕਰੋਗੇ ਅਤੇ 4 'ਤੇ ਕੀ ਆਏਗਾ, 3/13, ਕਲੀਅਰ, 3/13। ਉਸ ਤੋਂ ਬਾਅਦ ਇਹ ਰੈੱਡ ਫੇਸ ਕਾਰਡ। ਹੁਣ ਰੈੱਡ ਫੇਸ ਕਾਰਡ ਕਿੰਨੇ ਨੇ? ਰੈੱਡ ਮੀਨਸ ਹਾਰਟ ਦੇ ਫੇਸ ਕਾਰਡ ਅਤੇ ਡਾਇਮੰਡ ਦੇ ਫੇਸ ਕਾਰਡ। 3 ਹਾਰਟ ਦੇ ਫੇਸ ਕਾਰਡ ਨੇ, 3 ਡਾਇਮੰਡ ਅਤੇ 3 ਅਤੇ 3 6, ਯਾਨੀ ਕਿ 52 ਵਿੱਚੋਂ 6 ਜਿਹੜੇ ਪੱਤੇ ਨੇ ਉਹ ਰੈੱਡ ਫੇਸ ਕਾਰਡਸ ਨੇ, ਕਲੀਅਰ। ਇਹਦੀ ਵੀ ਕਟਿੰਗ ਕਰੋ, 2s
2 ਤੇ 3 जा ਤੇ 26 जा यानी कि 3/26 क्लीयर। फिर जैक ऑफ हार्ट, जैक मीनस गुलाम, हार्ट का गुलाम वो इक्को ही है, ठीक है। पान का गुलाम इक्को ही है तो 1/52। फिर प्रोबेबिलिटी ऑफ गेटिंग अ स्पेड, स्पेड मीनस हुक्म के पत्ते। हुण हुक्म के पत्ते किहड़ा ये नहीं दस्सिया, मतलब तुहानूं पता 13 पत्ते स्पेड दे, हर एक किस्म के 13 दे पत्ते, 13 पत्ते स्पेड्स के ने, तो आ जाएगी 13/52। इनू 13 एकम 13 तो 13 चौके 52, 1/4। फिर क्वीन ऑफ डायमंड, डायमंड दी क्वीन यानी कि डायमंड मीनस इट दी बेगम, तो वह भी इक्को ही है, 1/52। क्लीयर। एक और एग्जाम्पल देखते हैं, तो मैं स्टेटमेंट पहला लिख देना। हाँ जी, ये मैं स्टेटमेंट लिखी है। नेक्स्ट, ए गेम कंसिस्ट ऑफ टॉसिंग कॉइन 3 टाइम्स, हनीफ विल विन, Hanif wins if all the 3 tosses give the same result, that is 3 heads and 3 tails. Calculate the probability that Hanif will lose the game. देखो कहते एक गेम है, उहदे विच असी एक कॉइन नूं 3 वार टॉस करते, 3 वार उछालते। हुण कॉइन एक बारी उछालन तो जां तो हैड आएगा जां टेल आएगा, तो 3 वार उछालन तो मतलब सैंपल स्पेस साडे कोल की बनेगी, सैंपल स्पेस तुहानूं दस्सिया सीगा एक एक्सपैरीमेंट नूं करन ते जो पॉसीबल आउटकम्स हुंदियां। हुण की आ सकदा, जे 3 वार किसी कॉइन नूं उछालांगे तो की आ सकदा, जां तो हो सकदा 3 वार हैड आ जाए। क्लीयर। पहली टॉस ते भी हैड, दूजे ते भी हैड, तीसरी ते भी हैड हो सकदा, पहली ते हैड आए, दूसरी ते हैड आए, तीसरी वारी टेल आ सकदा। हैड टेल हैड, हैड टेल टेल, ठीक है। 4 पॉसिबिलिटीज़ ये हो गई हैं। फिर ये भी हो सकता है टेल हैड हैड, फिर टेल हैड टेल, ये भी हो सकता है पहली बारी टेल आए, दूसरी बारी भी टेल आए, तीसरी बारी हैड आ जाए, जां 3 बारी टेल आ जाए। ये साडे को 8 पॉसिबिलिटीज़ ने जो असी एक कॉइन नूं 3 वार उछालांगे, 3 वार टॉस करांगे। ये जरा लिखण का तरीका है ना, देखो किस तरह लिखना। कई बारी हो सकता सोचे कि किहड़ा केस लिखण वाला रह गया, किहड़ा नहीं लिखा गया। उहदे वास्ते एक मैं तुहानूं सिंपल जिहा फॉर्मूला, पहलां की करो 4 वारी हैड लिख लो तो 4 वारी टेल लिख लो, फिर 2 वारी हैड 2 वारी टेल, 2 वारी हैड तो 2 वारी टेल, फिर हैड टेल हैड टेल हैड टेल तो हैड टेल। आ साडे को 8 पॉसिबिलिटीज़ बनदियां ने। क्लीयर। जिस तरह असी किसी कॉइन नूं एक बार उछालते हैं, एक बार उछालन ते किन्ने केसेस बनेंगे, 2। किहड़े किहड़े ने, हैड ते टेल। 2 बार उछालीए फिर 4 केस बननगे, किहड़े किहड़े, जां हैड हैड हो सकता, हैड टेल हैड या टेल टेल। 3 बारी उछालन ते 8 केस, वो 8 केस आ लिखते। 4 बारी उछालांगे तो साडे को 16 केस बननगे। इहदा एक फॉर्मूला हुंदा 2/n, जिन्नी बारी उछालो कॉइन नूं n दी पावर 19 कर दो, ठीक है। इस तरह एक बार उछालिया 2/1 2, 2 बार उछालिया 2 दी पावर 2 4, 3 बार उछालिया 2 दी पावर 3 8, 4 बार उछालांगे 2 दी पावर 4 16। क्लीयर। चलो असी क्वेश्चन वाल देखते हैं। हुण 3 वार उछालिया गया, आ साडे कोल सैंपल स्पेस बन गई। कहता हनीफ ये गेम खेडदा पिया, वो कदों जितेगा। हनीफ विन्स इफ ऑल द 3 टॉसिस गिव द सेम रिजल्ट, दैट इज़ 3 हैड्स एंड 3 टेल्स। मतलब वो तां जितेगा जे 3 वारी हैड आ जांदा या 3 वारी टेल आ जांदा। क्लीयर। यानी कि वो सिर्फ 2 केसिस में जित सकता, या 3 वारी हैड आए या 3 वारी की आए टेल आए। क्लीयर। बाकी सारे केसेस में वो हारेगा। कैलकुलेट द प्रोबेबिलिटी दैट हनीफ विल लूज द गेम, प्रोबेबिलिटी फाइंड आउट करनी कि हनीफ गेम हार जे, हनीफ विल लूज द गेम। हुण सिर्फ 2 केसिस में जित सकता, जदों जां 3 हैड होण जां 3 टेल होण। इहदा मतलब बाकी 8 जिहड़े 6 केस ने उन्हां विच हारेगा, तो प्रोबेबिलिटी आ जाएगी 6/8 यानी कि 3/4। क्लीयर।
एक होर एग्जाम्पल करते हैं रिलेटेड टू डाइस। डाइस मतलब ਜਿਹੜਾ लूडो की डाइस ਜਿਹੜੀ ਜਿਹਨੂੰ ਪਾਸਾ ਕਹਿੰਦੇ ਅਸੀਂ ਪੰਜਾਬੀ 'ਚ। हाँ जी, ये मैं स्टेटमेंट लिखी है। ए डाई इज़ थ्रोन ट्वाइस, वट इज़ द प्रोबेबिलिटी दैट 5 विल नॉट कम आइदर टाइम एंड 5 विल कम एटलीस्ट वंस। कहता एक डाइस है लूडो की, यानी कि पासा उन्होंने 2 वारी सुट्टिया गया। ठीक है, हुण पहला इहदी सैंपल स्पेस असीं देखांगे कि 2 वारी डाइस सुट्टण ते सैंपल स्पेस किहड़े पॉसीबल केसिस साडे कोल। जिस तरह एक वारी सुट्टण ते तुहानूं पता जां 1 आएगा, 2 आएगा, 3 आएगा, 4 आएगा, 5 आएगा जां 6 आएगा। यानी कि एक बार सुट्टण ते आ सैंपल स्पेस बनदी है। 2 बार सुट्टण ते सैंपल स्पेस की बनेगी, जां ते ये हो सकदा दोवें वारी 1 आए। दोवें वारी की आए 1, पहली वारी सुट्टे ते भी 1 आ गया, दूसरी वारी ते भी। ये भी हो सकदा पहली वारी 1 आए, दूसरी वारी 2, 1 3 हो सकदा। पहली वारी सुट्टण ते 1 आ जाए, दूसरी वारी 4, पहली वारी सुट्टण ते 1 आया, दूसरी वारी 5 जां 1 6। हुण ये भी हो सकदा पहली वारी सुट्टण ते 2 आ जाए, दूसरी वारी 1 जां दोवां वारी 2 2 आ सकदा। क्लीयर। इस तरह असीं सैंपल स्पेस बना सकते। ਇਹਦੀ एक आधी सैंपल स्पेस है ਜਦੋਂ एक डाइस ਨੂੰ ਅਸੀਂ, डाइस मतलब पासा, ਉਹਨੂੰ ਅਸੀਂ 2 ਵਾਰ ਸੁੱਟਦੇ ਹਾਂ ਜਾਂ 2 डाइस ਨੂੰ ਇੱਕ सेम टाइम ਸੁੱਟਿਆ। क्लीयर हो सकता दोवां 1 ते 3 आ जाए, दूसरी ते 1, 3 2 आ सकता, 3 3, 3 4, 3 5, 3 6। ठीक है, 36 केस बनने ने साडे को। फिर 4 1 4 2 हो सकता, पहली डाइस ते 4 आ जाए, दूसरी ते 3 आए, पहली ते 4 आ जाए, दूसरी ते भी 4 आ सकता, 4 5 4 6। हुण याद रखियो एक डाइस नूं 2 वार सुट्टना ਜਾਂ 2 डाइस नूं इकट्ठे 1 वार सुट्टना, ਇੱਕੋ ही गल है। ਉਹਦੇ ਦੋਵਾਂ वास्ते सैंपल स्पेस सेम ही यही बनेगी। क्लीयर। जे ਅਸੀਂ ਕਹੀਏ कि एक डाइस नूं 2 वारी सुट्टिया तो फिर ਅਸੀਂ इस तरह ਇਹਨੂੰ ਕਵਾਂਗੇ भी हो सकता दोवां डाइस ते पहली ते 6 है, दूसरी ते 1 आ जाए, पहली ते 6, दूसरी ते 2, जां 2 डाइस नूं वारों वारी सुट्टदे हैं। पहली डाइस सुट्टण ते 6 आ गया, दूसरी डाइस सुट्टण ते 3 आ गया। क्लीयर। सेम चीज़ है। लो जी, ये साडे को बन गई 6 5 है तो लास्ट 6 6। ये सैंपल स्पेस बन गई। एक आधी सैंपल स्पेस ਜਦੋਂ ਅਸੀਂ एक डाइस ਨੂੰ ਇਕੱਠਿਆਂ 2 ਵਾਰ ਸੁੱਟਦੇ हैं। क्लीयर। ਜਾਂ 2 डाइस ਨੂੰ ਵਾਰੋ ਵਾਰੀ ਸੁੱਟਦੇ हैं। ਹੁਣ ਸਭ ਤੋਂ ਪਹਿਲਾਂ ਪ੍ਰੋਬੇਬਿਲਿਟੀ ਕਾਹਦੀ फाइंड आउट करनी है। 5 will not come either time। ਕਹਿੰਦਾ 5 ਨਾ ਪਹਿਲੀ ਵਾਰੀ ਆਇਆ ਹੋਏ ਨਾ ਦੂਸਰੀ ਵਾਰੀ ਆਇਆ ਹੋਏ। ਅਸੀਂ ਉਹ ਕੇਸਿਸ ਦੇਖਣੇ ਜਿਨ੍ਹਾਂ 'ਚ 5 ਨਹੀਂ ਆ ਰਿਹਾ। ਹੁਣ ਆਹ ਦੇਖੋ, ਇੱਕ ਇਹ ਤੇ ਇੱਕ ਇਹ ਉਹ ਵਾਲੇ ਕੇਸਿਸ ਨੇ ਜਿਨ੍ਹਾਂ ਵਿੱਚ 5 ਘੱਟੋ ਘੱਟ 1 ਵਾਰੀ ਆ ਰਿਹਾ। ਕਲੀਅਰ। ਤੇ ਬਾਕੀ ਜਿਹੜੇ ਬਚੇ ਉਹਨਾਂ ਵਿੱਚ 5 नहीं आ रहा। किन्ने गए 1 2 3 4 5 6 7 8 9 10 11 12 13 14 15 16 17 18 19 20 21 22 23 24 25। यानी कि 25 केसिस ਇਹੋ ਜਿਹੇ ਨੇ 36 ਚੋਂ ਜਿਨ੍ਹਾਂ ਵਿੱਚ 5 ਨਾ ਪਹਿਲੀ ਵਾਰੀ ਆ ਰਿਹਾ ਨਾ ਦੂਸਰੀ ਵਾਰੀ ਆ ਰਿਹਾ, ਤੇ ਪ੍ਰੋਬੇਬਿਲਿਟੀ ਹੈਗੀ 25/36। ਕਲੀਅਰ। ਸੈਕਿੰਡ ਪਾਰਟ 'ਚ ਉਹਨੇ ਪੁੱਛਿਆ ਪ੍ਰੋਬੇਬਿਲਿਟੀ 5 ਵਿਲ ਕਮ ਐਟਲੀਸਟ ਵਨਸ। 5 ਵਿਲ ਕਮ ਐਟਲੀਸਟ वंस, घट्टो घट्ट 1 वारी 5 आए तो ਉਹਦੀ ਪ੍ਰੋਬੇਬਿਲਿਟੀ ਹੁਣ ਘੱਟੋ ਘੱਟ 1 ਵਾਰੀ ਕਿੰਨੀ ਕੇਸਿਸ ਵਿੱਚ ਘੱਟੋ ਘੱਟ 1 ਵਾਰੀ 5 ਆਉਣ ਡਿਆ। 1 2 3 4 5 6 7 8 9 10 ਤੇ 11। ਆ ਅਸੀਂ ਦੁਬਾਰਾ ਨਹੀਂ ਗਿਣਾਂਗੇ, ਇੱਧਰੋਂ ਗਿਣ ਲਿਆ। ਠੀਕ ਹੈ, 11 ਕੇਸਿਸ ਵਿੱਚ 36 ਚੋਂ 11 ਕੇਸ ਜਿਨ੍ਹਾਂ 'ਚ ਘੱਟੋ ਘੱਟ 1 ਵਾਰੀ 5 ਆਉਣ ਡਿਆ, ਤੇ ਇਹਦੀ ਪ੍ਰੋਬੇਬਿਲਿਟੀ ਹੋ ਜਾਣੀ ਹੈ 11/36। ਕਲੀਅਰ। तो ये ਸੀਗਾ ਤੁਹਾਡਾ ਬਹੁਤ ਹੀ ਸਿੰਪਲ ਜਿਹਾ ਟੌਪਿਕ ਹੈ ਪ੍ਰੋਬੇਬਿਲਿਟੀ। ਬਾਕੀ ਵੀ ਇਹਦੇ ਨਾਲ ਦੇ ਸਮਸ ਤੁਸੀਂ ਪ੍ਰੈਕਟਿਸ ਕਰੋ। ਕਲੀਅਰ। ਥੈਂਕ ਯੂ ਸੋ ਮਚ।